फेक पासपोर्ट मामले ਦੇ ਵਿੱਚ गिरफ्तार शार्पी ਘੁੰਮਣ ਨੂੰ ਲੈ ਕੇ ਕਰਨ ਔਜਲਾ ਦੀ ਸਫਾਈ ਕਿਹਾ ਮੇਰੀ ਉਸ ਦੇ ਨਾਲ 2 ਸਾਲ ਤੋਂ ਨਹੀਂ ਹੋਈ ਗੱਲ ਸ਼ਾਰਪੀ ਨੇ ਜੋ ਕੀਤਾ ਹਰਜਾਨਾ ਭਰ ਰਿਹਾ ਹੈ ਹਰ ਵਾਰ ਕਿਉਂ ਜੋੜਿਆ ਜਾਂਦਾ ਹੈ ਮੇਰਾ ਨਾਮ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਜਭੂਸ਼ਣ ਦੇ ਖਿਲਾਫ ਕੇਸ ਦਰਜ ਹੋਣ ਮਗਰੋਂ ਵੀ ਰੈਸਲਰਾਂ ਦਾ ਧਰਨਾ ਜਾਰੀ ਪਹਿਲਵਾਨਾਂ ਦੇ ਵੱਲੋਂ ਬ੍ਰਜਭੂਸ਼ਣ ਦੀ ਗ੍ਰਿਫਤਾਰੀ ਤੱਕ ਧਰਨੇ ਤੇ ਡਟੇ ਰਹਿਣ ਦਾ ਐਲਾਨ ਦਿੱਲੀ ਪੁਲਿਸ ਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਜੰਤਰ ਮੰਤਰ ਤੇ ਡਟੇ ਪਹਿਲਵਾਨਾਂ ਨੂੰ ਲਗਾਤਾਰ ਮਿਲ ਰਿਹਾ ਹੈ ਖਿਡਾਰੀਆਂ ਤੇ ਲੀਡਰਾਂ ਦਾ ਸਮਰਥਨ ਮਹਿਲਾ ਰੈਸਲਰਾਂ ਨੂੰ ਮਿਲਣ ਪਹੁੰਚੇ ਪ੍ਰਿਯੰਕਾ ਗਾਂਧੀ ਅੱਜ ਅਰਵਿੰਦ ਕੇਜਰੀਵਾਲ ਵੀ ਧਰਨੇ 'ਚ ਹੋਣਗੇ ਸ਼ਾਮਲ ਮਾਨ ਸਰਕਾਰ ਦੇ ਵੱਲੋਂ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਰਜਿਸਟ੍ਰੇਸ਼ਨ ਲਈ ਸਟੈਂਪ ਡਿਊਟੀ ਤੇ ਛੋਟ ਦੇ ਵਿੱਚ ਕੀਤਾ ਵਾਅਦਾ ਹੁਣ 15 ਮਈ ਤੱਕ ਜਾਰੀ ਰਹੇਗੀ ਛੋਟ ਕੈਬਨਿਟ ਮੀਟਿੰਗ ਦੇ ਵਿੱਚ ਲੱਗੀ ਮੋਹਰ ਅੱਜ ਪਟਿਆਲਾ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਸਮਾਗਮ ਦੇ ਵਿੱਚ ਹੋਣਗੇ ਸ਼ਾਮਲ ਜਲੰਧਰ ਜ਼ਿਮਨੀ ਚੋਣ ਦੇ ਵਿਚਾਲੇ ਕਾਂਗਰਸ ਨੂੰ ਵੱਡਾ ਝਟਕਾ ਰਾਣਾ ਗੁਰਜੀਤ ਦਾ ਭਤੀਜਾ ਆਮ ਆਦਮੀ ਪਾਰਟੀ 'ਚ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਵਾਈ ਜੁਆਇਨਿੰਗ ਕਾਂਗਰਸ ਦੇ ਕਈ ਵਰਕਰ ਤੇ ਕੌਂਸਲਰ ਵੀ ਹੋਏ ਆਪ 'ਚ ਸ਼ਾਮਲ ਬਸੀ ਪਠਾਣਾ ਦੀ ਦਾਣਾ ਮੰਡੀ ਦੇ ਵਿੱਚ ਦੋ ਧਿਰਾਂ ਦੇ ਵਿਚਾਲੇ ਝੜਪ ਹਸਪਤਾਲ ਪਹੁੰਚ ਕੇ ਵੀ ਇੱਕ ਧਿਰ ਨੇ ਕੀਤੀ ਫਾਇਰਿੰਗ ਦੋ ਨੌਜਵਾਨ ਜ਼ਖਮੀ ਅੰਮ੍ਰਿਤਸਰ ਵਿੱਚ ਕੈਦੀ ਵੱਲੋਂ ਫਰਾਰ ਹੋਣ ਦੀ ਨਾਕਾਮ ਕੋਸ਼ਿਸ਼ ਪੁਲਿਸ ਤੋਂ ਹੱਥ ਛੁਡਾ ਭੱਜੇ ਕੈਦੀ ਨੂੰ ਮੁਲਾਜ਼ਮਾਂ ਨੇ ਕੀਤਾ ਕਾਬੂ ਕੋਰਟ ਦੇ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਸੀ ਕੈਦੀ ਸਤਿ ਸ਼੍ਰੀ ਅਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਤਾਂ ਬੁਲੇਟਿਨ ਦੇ ਵਿੱਚ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਅਹਿਮ ਖਬਰ ਤੋਂ ਫੇਕ ਪਾਸਪੋਰਟ ਮਾਮਲੇ ਦੇ ਵਿੱਚ ਗ੍ਰਿਫਤਾਰ ਸ਼ਾਰਪੀ ਘੁੰਮਣ ਤੇ ਕਰਨ ਔਜਲਾ ਦੀ ਸਟੇਟਮੈਂਟ ਆਈ ਹੈ ਕਰਨ ਔਜਲਾ ਦੇ ਵੱਲੋਂ ਸਟੇਟਸ ਪਾ ਕੇ ਯਾਨੀ ਕਿ ਪੋਸਟ ਪਾ ਕੇ ਇਹ ਕਿਹਾ ਗਿਆ ਹੈ ਕਿ ਮੇਰੀ ਉਸ ਦੇ ਨਾਲ 2 ਸਾਲਾਂ ਤੋਂ ਗੱਲ ਨਹੀਂ ਹੋਈ ਯਾਨੀ ਕਿ ਇੱਕ ਤਰੀਕੇ ਦੇ ਨਾਲ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਇਕੱਲਾ ਮੈਂ ਨਹੀਂ ਆ ਜੋ ਸਾਰਿਆਂ ਦਾ ਦੋਸਤ ਹਾਂ ਕਰਨ ਔਜਲਾ ਦਾ ਇਹ ਕਹਿਣਾ ਹੈ ਕਿ ਕੋਈ ਮੇਰੇ ਤੋਂ ਪੁੱਛ ਕੇ ਜ਼ਿੰਦਗੀ ਦੇ ਫੈਸਲੇ ਲਵੇਗਾ ਉਸਨੇ ਜੋ ਕੀਤਾ ਹੈ ਉਸ ਦਾ ਹਰਜਾਨਾ ਉਹ ਭਰ ਰਿਹਾ ਹੈ ਕਰਨ ਔਜਲਾ ਦਾ ਇਹ ਕਹਿਣਾ ਹੈ ਕਿ ਮੇਰਾ ਨਾਂ ਨਾ ਜੋੜਿਆ ਜਾਵੇ ਸ਼ਾਰਪੀ ਘੁੰਮਣ ਦੇ ਨਾਲ 2 ਸਾਲ ਤੋਂ ਮੇਰੀ ਉਸ ਦੇ ਨਾਲ ਗੱਲਬਾਤ ਨਹੀਂ ਹੋਈ ਜੇ ਮੈਂ ਜਾਣਦਾ ਵੀ ਸੀ ਤਾਂ ਕੀ ਕੋਈ ਮੇਰੇ ਤੋਂ ਪੁੱਛ ਕੇ ਜ਼ਿੰਦਗੀ ਦੇ ਫੈਸਲੇ ਲਵੇਗਾ ਉਸ ਦਾ ਕਹਿਣਾ ਹੈ ਕਿ ਮੈਂ ਇਕੱਲਾ ਹੀ ਸਾਰਿਆਂ ਦਾ ਦੋਸਤ ਹਾਂ ਹਰ ਵਾਰ ਮੇਰਾ ਨਾਂ ਕਿਉਂ ਨਾਲ ਜੋੜਿਆ ਜਾਂਦਾ ਹੈ ਉਸਨੇ ਸਵਾਲ ਕੀਤਾ ਹੈ ਕਰਨ ਔਜਲਾ ਨੇ ਉਸਨੇ ਜੋ ਕੀਤਾ ਉਸ ਦਾ ਹਰਜਾਨਾ ਉਹ ਭਰ ਰਿਹਾ ਹੈ ਕੱਲ AGTF ਨੇ ਸ਼ਾਰਪੀ ਘੁੰਮਣ ਦੇ ਸਣੇ ਦੱਸ ਦਈਏ ਕਿ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਸ਼ਾਰਪੀ ਘੁੰਮਣ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਇਹ ਸਟੇਟਮੈਂਟ ਆਈ ਹੈ ਕਰਨ ਔਜਲਾ ਦੀ ਔਰ ਉਸ ਦਾ ਕਹਿਣਾ ਹੈ ਕਿ ਮੈਂ 2 ਸਾਲ ਤੋਂ ਸ਼ਾਰਪੀ ਘੁੰਮਣ ਨੂੰ ਨਹੀਂ ਮਿਲਿਆ ਜੇਕਰ ਉਸਨੇ ਕੁਝ ਗਲਤ ਕੀਤਾ ਹੈ ਤਾਂ ਫਿਰ ਉਸ ਦਾ ਹਰਜਾਨਾ ਉਸ ਨੂੰ ਭਰਨਾ ਪਵੇਗਾ ਪਰ ਮੇਰਾ ਨਾਂ ਕਿਉਂ ਨਾਲ ਜੋੜਿਆ ਜਾ ਰਿਹਾ ਹੈ ਤਾਂ ਸ਼ਾਰਪੀ ਦੀ ਗ੍ਰਿਫਤਾਰੀ ਤੇ ਕਰਨ ਔਜਲਾ ਦੀ ਸਫਾਈ ਹੈ ਔਰ ਉਸ ਦੇ ਵੱਲੋਂ ਲਿਖਿਆ ਗਿਆ ਹੈ ਮੇਰਾ ਨਾਂ ਨਾਲ ਕਿਉਂ ਹਰ ਵਾਰ ਮੈਂ ਕੀ ਕੀਤਾ ਮੇਰੀ ਸ਼ਾਇਦ ਉਸ ਬੰਦੇ ਦੇ ਨਾਲ ਪਿਛਲੇ 2 ਸਾਲ ਤੋਂ ਗੱਲ ਵੀ ਨਹੀਂ ਹੋਈ ਜੇ ਮੈਂ ਪਹਿਲਾਂ ਜਾਣਦਾ ਵੀ ਸੀ ਕਿ ਮੇਰੇ ਤੋਂ ਕੋਈ ਪੁੱਛ ਕੇ ਆਪਣੀ ਜ਼ਿੰਦਗੀ ਦੇ ਸਹੀ ਜਾਂ ਗਲਤ ਫੈਸਲੇ ਲੈਂਦਾ ਕਿ ਇਹਨਾਂ ਸਾਰਿਆਂ ਦਾ ਮੈਂ ਹੀ ਇਕੱਲਾ ਦੋਸਤ ਹਾਂ ਜੋ ਉਸਨੇ ਕੀਤਾ ਹੈ ਉਸ ਦਾ ਹਰਜਾਨਾ ਉਹ ਭਰ ਰਿਹਾ ਹੈ ਮੈਂ ਇਕੱਲਾ ਨਹੀਂ ਜਿਸ ਦੀਆਂ ਫੋਟੋਆਂ ਜਾਂ ਵੀਡੀਓਜ਼ ਨੇ ਕਿਸੇ ਦੇ ਨਾਲ ਹੋਰ ਵੀ ਇੰਡਸਟਰੀ ਦੇ ਬਹੁਤ ਬੰਦੇ ਨੇ ਮੈਂ ਬਾਕੀ ਕਲਾਕਾਰਾਂ ਦੇ ਵਾਂਗ ਆਪਣਾ ਕੰਮ ਕਰ ਰਿਹਾ ਮੈਂ 4 ਵਾਰ ਰੰਗਦਾਰੀ ਦਾ ਜ਼ਿਕਰ ਹੋਇਆ 5 ਵਾਰ ਮੇਰੇ ਘਰ ਤੇ ਫਾਇਰਿੰਗ ਹੋਈ ਤਾਂ ਉਸ ਤੋਂ ਪਹਿਲਾਂ ਜਿਹੜਾ ਹੈ ਉਸ ਦਾ ਮੇਰਾ ਜ਼ਿਕਰ ਨਹੀਂ ਕੀਤਾ ਗਿਆ ਇਸ ਦੇ ਵਿੱਚ ਲਿਖਿਆ ਹੈ ਕਰਨ ਔਜਲਾ ਨੇ ਕਿ ਜਦੋਂ ਇਹ ਸਾਰਾ ਕੁਝ ਮੇਰੇ ਨਾਲ ਹੋਇਆ ਸੀ 4 ਵਾਰ ਰੰਗਦਾਰੀ ਦਾ ਮੈਂ ਸ਼ਿਕਾਰ ਹੋਇਆ ਹਾਂ 5 ਵਾਰ ਮੇਰੇ ਘਰ ਤੇ ਫਾਇਰਿੰਗ ਹੋਈ ਹੈ ਉਸ ਵੇਲੇ ਮੇਰਾ ਜ਼ਿਕਰ ਨਹੀਂ ਹੋਇਆ ਪਰ ਹੁਣ ਕਿਉਂ ਮੇਰਾ ਨਾਮ ਨਾਲ ਜੋੜਿਆ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜੋ ਵੀਡੀਓ ਅਨਮੋਲ ਬਿਸ਼ਨੋਈ ਜਿਸ ਦੇ ਵਿੱਚ ਨਜ਼ਰ ਆਇਆ ਹੈ ਪਰਫਾਰਮੈਂਸ ਦੀ ਉਸ ਤੇ ਮੈਂ ਸਫਾਈ ਦਿੱਤੀ ਸੀ ਪਰ ਜੋ ਕੱਲ ਖਬਰ ਸਾਹਮਣੇ ਆਈ ਹੈ ਸ਼ਾਰਪੀ ਘੁੰਮਣ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲਾ ਤੋਂ ਤਾਂ ਉਸ ਤੇ ਹੁਣ ਇਹ ਬਿਆਨ ਇਸ ਤੇ ਸਟੇਟਮੈਂਟ ਕਰਨ ਔਜਲਾ ਦੀ ਆਈ ਹੈ ਔਰ ਉਸਨੇ ਜ਼ਿਕਰ ਕੀਤਾ ਹੈ ਕਿ ਸ਼ਾਰਪੀ ਦੇ ਨਾਲ ਉਸ ਦਾ ਸਿੱਧੇ ਤੌਰ ਤੇ ਕੋਈ ਅਜਿਹਾ ਸੰਬੰਧ ਨਹੀਂ ਹੈ 2 ਸਾਲ ਤੋਂ ਉਸ ਦੀ ਗੱਲਬਾਤ ਨਹੀਂ ਹੋਈ ਹੈ ਔਰ ਜੇਕਰ ਉਸਨੇ ਕੁਝ ਚੰਗਾ ਮਾੜਾ ਕੀਤਾ ਹੈ ਜੇਕਰ ਉਸਨੇ ਕੋਈ ਗਲਤ ਫੈਸਲਾ ਲਿਆ ਹੈ ਤਾਂ ਉਸ ਦਾ ਹਰਜਾਨਾ ਉਹ ਭਰੇਗਾ ਪਰ ਮੇਰਾ ਨਾਮ ਨਾਲ ਕਿਉਂ ਜੋੜਿਆ ਜਾ ਰਿਹਾ ਹੈ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ 4 ਵਾਰ ਮੈਂ ਰੰਗਦਾਰੀ ਦਾ ਸ਼ਿਕਾਰ ਹੋਇਆ ਹਾਂ 5 ਵਾਰ ਮੇਰੇ ਘਰ ਤੇ ਫਾਇਰਿੰਗ ਹੋਈ ਹੈ ਤਾਂ ਉਸ ਵੇਲੇ ਮੇਰਾ ਨਾਮ ਇਸ ਕਿਸਮ ਦੇ ਨਾਲ ਚਰਚਾ ਦੇ ਵਿੱਚ ਨਹੀਂ ਆਇਆ ਪਰ ਹੁਣ ਕਿਉਂ ਆ ਰਿਹਾ ਹੈ ਤਾਂ ਇਹ ਸਾਰੇ ਸਵਾਲ ਕੀਤੇ ਨੇ
ਕਰਨ ਔਜਲਾ ਨੇ। ਤਾਂ ਲਗਾਤਾਰ ਕਰਨ ਔਜਲਾ ਸੁਰਖੀਆਂ ਦੇ ਵਿੱਚ ਹੈ। ਪਿਛਲੇ ਅਗਰ 5-7 ਦਿਨਾਂ ਦੀ ਗੱਲ ਕੀਤੀ ਜਾਵੇ, ਪਹਿਲਾਂ ਵੀਡੀਓ ਆਉਂਦੀ ਹੈ ਅਨਮੋਲ ਬਿਸ਼ਨੋਈ ਦੇ ਨਾਲ, ਉਸ ਤੋਂ ਬਾਅਦ ਕੱਲ ਸ਼ਾਰਪੀ ਘੁੰਮਣ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਿਸ ਤੋਂ ਬਾਅਦ ਹੁਣ ਇਹ ਸਟੇਟਮੈਂਟ ਆਈ ਹੈ ਕਰਨ ਔਜਲਾ ਦੀ। ਅਮਨ ਭਾਰਦਵਾਜ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ। ਅਮਨ, ਬੇहद अहम है जो पोस्ट, एक लंबी चौड़ी पोस्ट जी है सामने आई है ਕਰਨ ਔਜਲਾ ਦੀ, बहुत कुछ उसदे विच जिक्र किया ਕਰਨ ਔਜਲਾ ने, किते तलखी, किते गुस्सा, किते क्लैरिफिकेशन, बहुत कुछ नजर आ रहा है। कि कुछ कहोगे, क्योंकि ਕਰਨ ਔਜਲਾ कह रहे हैं कि शार्पी घुम्मण नूं 2 साल तो नहीं मिले, तो फिर मेरा साथी किवें उस नूं बना दिता गया, किवें जिक्र होया? देखो ਕਰਨ ਔਜਲਾ ਨਾਲ ਗੱਲਬਾਤ ਵੀ ਕੀਤੀ ਹੈ ਅਸੀਂ, ਤਾਂ ਉਹਨਾਂ ਦਾ ਸਿੱਧੇ ਤੌਰ ਤੇ ਇਹ ਕਹਿਣਾ ਹੈ ਕਿ ਹਾਲਾਂਕਿ ਚੀਜ਼ਾਂ ਔਨ ਰਿਕਾਰਡ ਨਹੀਂ ਲੈਣਾ ਚਾਹੁੰਦੇ, ਪਰ ਇੰਨੀ ਕਲੈਰੀਫਿਕੇਸ਼ਨ ਜੋ ਉਹਨਾਂ ਨੇ ਸਟੇਟਸ ਪਾਇਆ ਉਸੇ ਨੂੰ ਆਪਣੀ ਕਲੈਰੀਫਿਕੇਸ਼ਨ ਕਰਨ ਔਜਲਾ ਨੇ ਦੱਸਿਆ। ਔਰ ਸਿੱਧੇ ਤੌਰ ਤੇ ਗੁਰਜੋਤ ਇਹ ਚੀਜ਼ ਦੇਖਣ ਵਾਲੀ ਹੈ ਕਿ ਜੋ ਪਰਸੈਪਸ਼ਨ ਬਣ ਰਹੀ ਹੈ ਉਸ ਤੇ ਪਰਹੇਜ਼ ਕੀਤਾ ਜਾ ਰਿਹਾ ਹੈ ਕਿ ਇੱਕ ਪਾਸੇ ਬਿਸ਼ਨੋਈ ਦੇ ਨਾਲ ਫੋਟੋ ਆਣਾ, ਫਿਰ ਉਸ ਤੋਂ ਬਾਅਦ ਇੱਕ ਸ਼ੂਟਰ ਦੇ ਨਾਲ ਵੀਡੀਓ ਵਾਇਰਲ ਹੋਣਾ, ਔਰ ਨਾਲ ਹੀ ਜਿੱਥੇ ਉਹ ਪਿਛਲੇ 15 ਤੋਂ 20 ਦਿਨਾਂ ਦੇ ਜਿਹੜੇ ਇਵੈਂਟ ਹੈ, ਚਾਹੇ ਉਹ ਘੁੰਮਣ ਦੀ ਗੱਲ ਹੋ ਜਾਵੇ, ਤਾਂ 3 ਤੋਂ 4 ਜਿਹੜੇ ਇੰਸੀਡੈਂਟ ਹੋਏ, ਇਸ ਨਾਲ ਜਿਹੜੀ ਪਰਸੈਪਸ਼ਨ ਬਣ ਰਹੀ ਹੈ ਉਹ ਇੱਕ ਗੈਂਗਸਟਰ ਲਿੰਕ ਔਰ ਇਸ ਤਰੀਕੇ ਦੀ ਪਰਸੈਪਸ਼ਨ ਬਣ ਰਹੀ ਹੈ ਜੋ ਨਹੀਂ ਸੀਗੀ ਪਹਿਲਾਂ ਕਰਨ ਔਜਲਾ ਦੀ। ਤਾਂ ਉਸ ਤੇ ਇੱਕ ਕਲੈਰੀਫਿਕੇਸ਼ਨ ਆਇਆ। ਪਹਿਲਾਂ ਜੋ ਪਿਛਲਾ ਇੰਸੀਡੈਂਟ ਹੋਇਆ ਉਸ ਤੋਂ ਬਾਅਦ ਕਰਨ ਔਜਲਾ ਨੇ ਕਲੈਰੀਫਿਕੇਸ਼ਨ ਦਿੱਤਾ, ਔਰ ਇਹ ਜੋ ਕੱਲ ਇੰਸੀਡੈਂਟ ਹੋਇਆ ਘੁੰਮਣ ਵਾਲਾ, ਉਸ ਤੇ ਵੀ ਕਰਨ ਔਜਲਾ ਨੇ ਹੁਣ ਕਲੈਰੀਫਿਕੇਸ਼ਨ ਦਿੱਤਾ ਹੈ ਕਿ ਇਹ ਪਰਸੈਪਸ਼ਨ ਨਾ ਬਣਾਈ ਜਾਵੇ। ਕੁਝ ਕੁ ਮੀਡੀਆ ਦਾ ਜਿਹੜਾ ਹਿੱਸਾ ਹੈ ਉਹ ਪਰਸੈਪਸ਼ਨ ਬਣਾ ਰਿਹਾ, ਨਾਮ ਜੋੜ ਰਿਹਾ, ਜੋ ਕਿ ਬੇहद ਗਲਤ ਹੈ। ਔਰ ਇਹ ਜੋ ਸ਼ਬਦਾਂ 'ਚ ਬਿਆਨ ਕੀਤਾ ਕਰਨ ਔਜਲਾ ਨੇ ਕਿ ਆਪਣੀ ਜਾਨ ਗਵਾਉਣੀ ਪੈਂਦੀ ਹੈ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ। 2 ਸਾਲਾਂ ਤੋਂ ਉਸ ਘੁੰਮਣ ਦੇ ਨਾਲ ਗੱਲਬਾਤ ਤੱਕ ਨਹੀਂ ਹੋਈ, ਔਰ ਸੈਲੀਬ੍ਰਿਟੀ ਜੇਕਰ ਕੋਈ ਹੈ ਤਾਂ ਉਸਦੇ ਨਾਲ ਪਬਲਿਕਲੀ ਸੋਸ਼ਲੀ ਕਈ ਲੋਕ ਅਜਿਹੇ ਨੇ ਜੋ ਫੋਟੋ ਖਿਚਾ ਜਾਂਦੇ ਨੇ ਜਾਂ ਇੱਕ ਪਲੇਟਫਾਰਮ ਤੇ ਨਜ਼ਰ ਆਉਂਦੇ ਨੇ, ਲੇਕਿਨ ਉਹ ਕੰਮ ਕਿਸ ਤਰੀਕੇ ਦੇ ਚੰਗੇ ਜਾਂ ਮਾੜੇ ਕਰਦੇ ਨੇ ਉਸਦੇ ਲਈ ਉਹ ਸੈਲੀਬ੍ਰਿਟੀ ਜਾਂ ਉਹ ਬੜਾ ਚਿਹਰਾ ਜ਼ਿੰਮੇਦਾਰ ਨਹੀਂ ਹੁੰਦਾ, ਨਾ ਹੀ ਉਸਦੀ ਕੋਈ ਇਨਵੋਲਵਮੈਂਟ ਹੁੰਦੀ ਹੈ, ਨਾ ਕੋਈ ਰੋਲ ਹੁੰਦਾ ਹੈ। ਤਾਂ ਇਸ ਚੀਜ਼ ਦੀ ਕਲੈਰੀਫਿਕੇਸ਼ਨ ਕਰਨ ਔਜਲਾ ਨੇ ਦਿੱਤੀ, ਔਰ ਇਹ ਵੀ ਜ਼ਿਕਰ ਕੀਤਾ ਹੈ ਕਿ ਖੁਦ 4 ਵਾਰ ਐਕਸਟੋਰਸ਼ਨ ਦਾ ਸ਼ਿਕਾਰ ਮੈਂ ਹੋਇਆ, 5 ਵਾਰ ਮੇਰੇ ਖੁਦ ਦੇ ਘਰ ਤੇ ਫਾਇਰਿੰਗ ਹੋਈ ਹੈ। ਤਾਂ ਕਿਆ ਉਹ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਹੀ ਪ੍ਰੈਜ਼ੈਂਟ ਕੀਤਾ ਗਿਆ ਸੀਗਾ ਜਿੰਨੀ ਚੀਜ਼ਾਂ ਨੂੰ ਕੁਝ ਕੁ ਮੀਡੀਆ ਦੇ ਹਿੱਸੇ ਨੇ ਹੁਣ ਹਾਈਪ ਦਿੱਤੀ ਹੈ। ਤਾਂ ਇਹ ਸਾਰੀ ਚੀਜ਼ਾਂ ਨੂੰ ਦੇਖ ਕੇ ਕਰਨ ਔਜਲਾ ਨੇ ਇੱਕ ਕਲੈਰੀਫਿਕੇਸ਼ਨ ਦਿੱਤੀ, ਔਰ ਜੋ ਪਰਸੈਪਸ਼ਨ ਕੁਝ ਕੁ ਹਿੱਸੇ ਵੱਲੋਂ ਬਣਾਈ ਜਾ ਰਹੀ ਹੈ ਉਸ ਤੇ ਜਿਹੜੀ ਹੈ ਇਹ ਕਲੈਰੀਫਿਕੇਸ਼ਨ ਹੈ ਕਿ ਉਹ ਪਰਸੈਪਸ਼ਨ ਨਾ ਬਣਾਈ ਜਾਏ, ਨਾ ਹੀ ਇਸ ਤਰੀਕੇ ਦਾ ਕੋਈ ਘੁੰਮਣ ਦੇ ਨਾਲ ਜਾਂ ਬਿਸ਼ਨੋਈ ਦੇ ਨਾਲ ਜਾਂ ਉਸ ਤਰੀਕੇ ਦੇ ਜਿਨ੍ਹਾਂ ਦੇ ਨਾਮ ਜੁੜਿਆ, ਨਾ ਹੀ ਉਹਨਾਂ ਦੇ ਨਾਲ ਕੋਈ ਇਸ ਤਰੀਕੇ ਦਾ ਲਿੰਕ ਹੈਗਾ। ਤਾਂ ਇਹ ਸਾਰੀ ਕਲੈਰੀਫਿਕੇਸ਼ਨ ਹੈ ਕਿਉਂਕਿ ਖਾਸ ਕਰਕੇ ਜੋ ਮੂਸੇ ਵਾਲਾ ਇੰਸੀਡੈਂਟ ਹੋਇਆ ਉਸ ਤੋਂ ਬਾਅਦ ਜੋ ਪਕੜੇ ਗਏ ਔਰ ਜੋ ਐਂਟੀ ਗੈਂਗਸਟਰ ਟਾਸਕ ਫੋਰਸ ਕੰਮ ਕਰ ਰਹੀ ਹੈ, ਤਾਂ ਉਸਦੇ ਨਾਲ ਕੋਈ ਕਰਨ ਔਜਲਾ ਦੀ ਚੀਜ਼ਾਂ ਨੂੰ ਲੈ ਕੇ ਜਾਂ ਕਰੀਬੀ ਜਿਹੜੇ ਨੇ ਉਹ ਖਾਸ ਕਰਕੇ ਰਡਾਰ ਤੇ ਨੇ, ਤਾਂ ਉਹ ਪਰਸੈਪਸ਼ਨ ਦੇ ਨਾਲ ਚੀਜ਼ਾਂ ਹੋਰ ਤਰੀਕੇ ਦੇ ਨਾਲ ਦੇਖੀਆਂ ਜਾਂਦੀਆਂ। ਤਾਂ ਇਸ ਤੇ ਕਰਨ ਔਜਲੇ ਦਾ ਕਲੈਰੀਫਿਕੇਸ਼ਨ ਇਹ ਹੈਗਾ ਕਿ ਇਹਨਾਂ ਨੂੰ ਉਸ ਲਿੰਕ ਦੇ ਨਾਲ ਜੋੜ ਕੇ ਨਾ ਦੇਖਿਆ ਜਾਏ। ਉਹ ਆਪਣਾ ਕੰਮ ਕਰ ਰਹੇ ਨੇ ਬਤੌਰ ਸਿੰਗਰ, ਜਿਵੇਂ ਹੋਰ ਕਲਾਕਾਰ ਕੰਮ ਕਰ ਰਹੇ ਨੇ, ਔਰ ਨਾ ਹੀ ਕੋਈ ਇਸ ਤਰੀਕੇ ਦਾ ਲਿੰਕ ਹੈ, ਔਰ ਨਾ ਹੀ ਕੋਈ ਇਸ ਤਰੀਕੇ ਦਾ ਲਿੰਕ ਪਹਿਲਾਂ ਸੀਗਾ। ਬਤੌਰ ਸੈਲੀਬ੍ਰਿਟੀ ਉਹ ਕੰਮ ਕਰ ਰਹੇ ਸੀ, ਔਰ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕਲੈਰੀਫਿਕੇਸ਼ਨ ਇੱਕ ਕਰਨ ਔਜਲਾ ਨੇ ਗੁਰਜੋਤ ਦਿੱਤਾ ਹੈ। मतलब यही अमन ਕਰਨ ਔਜਲਾ कह रहे हैं कि 2 साल तो गल नहीं हुई, तो फिर नाम जिहड़ा ना जोड़िया जाए। उन्होंने लग रहा है कि नाम जिहड़ा है वो उन्हां दा क्यों आ रहा बार बार। बेशक उस वेले चलो वीडियो आई, उसका क्लैरिफिकेशन दिता, तो हुण ये वीडियो आई है। सुभाविक तौर पर जिस किस्म के नाल बलकौर सिंह जिहड़ा है वो समय समय ते जिक्र करते रहे हैं, हालांकि उन्होंने सीधे तौर पर किसी का नाम नहीं लिया, तो जिस तो बाद शायद ये ज़्यादा मसला उस जिहड़ा रूट ते कह सकते हैं उस वल तुरिया है, जिस तो बाद ਕਰਨ ਔਜਲਾ ने ये स्पष्टीकरण दिता इस किस्म के नाल। बिल्कुल, क्योंकि जिवें ਕਰਨ ਔਜਲਾ ने इस इंस्टाग्राम पोस्ट के अंदर भी जिक्र किया है कि कुछ हिस्सा मीडिया का है जो बिना किसी जांच से या बिना किसी फैक्ट्स से जिहड़ा है एक परसैप्शन बिल्ड की जा रही है, तो वो ना की जाए। बिना किसी आधार से जो लिंक जोड़े जा रहे हैं तो बेहद गलत है। और एक सैलीब्रिटी नूं गुरजोत उसका हरजाना जिहड़ा है वो काफ़ी वड्डा चुकाउणा पैंदा है, क्योंकि एक सैलीब्रिटी का फाइनैंशियली भी उहदे करियर वाइज भी और उसकी इमेज जो पिछले 7 तो 8 साल की बनी है, तो उसदे नाल एक 2 ਤੋਂ 3 इंसीडेंट या फोटो वीडियो ਦੇ ਨਾਲ ਇੱਕ परसैप्शन बदल जाती है, और उस सिंगर या कलाकार ਨੂੰ ਵੀ ਇੱਕ गैंगस्टर लिंक ਦੇ ਨਾਲ ਜਿਹੜਾ ਹੈ ਦੇਖਿਆ ਜਾਂਦਾ, जो कि गलत है। तो इस ਤੇ क्लैरिफिकेशन ਕਰਨ ਔਜਲਾ ने दिता है कि बतौर
ਸੈਲੀਬ੍ਰਿਟੀ ਵਿਚਰਨਾ ਜਾਂ ਫੋਟੋਆਂ ਜਾਣਾ ਜਾਂ ਕਿਸੇ ਪੇਡ ਫੰਕਸ਼ਨ ਤੇ ਜਾਣਾ ਤਾਂ ਉਹ ਕਿਸੇ ਦੀ ਕ੍ਰਾਈਮ ਦੇ ਅੰਦਰ ਇਨਵੋਲਵਮੈਂਟ ਨਹੀਂ ਹੈ, ਨਾ ਹੀ ਇਸ ਤਰੀਕੇ ਦਾ ਕੋਈ ਲਿੰਕ ਹੈ। ਔਰ ਬਿਨਾਂ ਕਿਸੇ ਫੈਕਟਸ ਤੇ ਜਾਂ ਬਿਨਾਂ ਕਿਸੇ ਜਾਂਚ ਤੇ ਕਿਸੇ ਨੂੰ ਇਨਵੋਲਵ ਦਿਖਾਣਾ ਜਾਂ ਉਸ ਦਾ ਲਿੰਕ ਦਿਖਾਣਾ ਇਹ ਗਲਤ ਹੈ। ਔਰ ਇਸ ਤੇ ਕਲੈਰੀਫਿਕੇਸ਼ਨ ਪੂਰਾ ਕਰਨ ਔਜਲਾ ਨੇ ਦਿੱਤਾ ਹੈ, ਕਿਉਂਕਿ ਕਰਨ ਔਜਲਾ ਇੱਕ ਨਾਮੀ ਸੈਲੀਬ੍ਰਿਟੀ ਹੈ ਔਰ ਇਸ ਤਰੀਕੇ ਦੇ ਨਾਲ ਜਦੋਂ ਨਾਮ ਜੁੜਦਾ ਹੈ ਤਾਂ ਪਰਸੈਪਸ਼ਨ ਜ਼ਰੂਰ ਬਦਲ ਜਾਂਦੀ ਹੈ ਔਰ ਇਸ ਦਾ ਨੁਕਸਾਨ ਵੀ ਇਨ ਸੈਲੀਬ੍ਰਿਟੀਜ਼ ਨੂੰ ਜਾਂ ਸਿੰਗਰਸ ਨੂੰ ਸਿੱਧੇ ਤੌਰ ਤੇ ਹੁੰਦਾ ਹੈ। ਤਾਂ ਉਹ ਨਾ ਨੁਕਸਾਨ ਹੋਵੇ, ਨਾ ਉਹ ਪਰਸੈਪਸ਼ਨ ਬਣੇ ਔਰ ਨਾ ਹੀ ਇਸ ਤਰੀਕੇ ਦਾ ਕੋਈ ਕਿਸੇ ਫੈਕਟਸ ਪਰ ਕੋਈ ਲਿੰਕ ਹੈ, ਇਸ ਦੀ ਕਲੈਰੀਫਿਕੇਸ਼ਨ ਤਾਂ ਕਰਕੇ ਕਰਨ ਔਜਲਾ ਵੱਲੋਂ ਦਿੱਤੀ ਗਈ ਹੈ। ठीक है अमन, धन्यवाद है तमाम जानकारी लिए, शुक्रिया। तो करण औजला दे वल्लों एक पोस्ट पा के उन्होंने एक स्टेटमेंट दी है। उन्होंने कहना है कि शार्पी घुम्मण नूं 2 साल तो नहीं मिले और इस किस्म के नाल नाम जोड़ना मेरा शार्पी घुम्मण दे नाल सही नहीं है, गलत है। ਅੱਗੇ ਵਧਾਂਗੇ ਉਧਰ ਜੰਤਰ ਮੰਤਰ ਤੇ ਇਨਸਾਫ ਦੇ ਲਈ ਦੰਗਲ ਜਾਰੀ ਹੈ। ਜੰਤਰ ਮੰਤਰ ਤੇ ਪਹਿਲਵਾਨਾਂ ਦਾ ਧਰਨਾ ਜਾਰੀ ਹੈ। WFI ਪ੍ਰਧਾਨ ਬ੍ਰਜਭੂਸ਼ਣ ਦੇ ਖਿਲਾਫ ਕੇਸ ਦਰਜ ਹੋਣ ਦੇ ਮਗਰੋਂ ਵੀ ਧਰਨੇ ਤੇ ਡਟੇ ਹੋਏ ਨੇ ਪਹਿਲਵਾਨ। ਬ੍ਰਜਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਤੇ ਅੜੇ ਹੋਏ ਨੇ ਰੈਸਲਰ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬ੍ਰਜਭੂਸ਼ਣ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਇਹ ਧਰਨਾ ਇਸੇ ਕਿਸਮ ਦੇ ਨਾਲ ਇਸੇ ਤਰ੍ਹਾਂ ਜਾਰੀ ਰਹੇਗਾ। ਗ੍ਰਿਫਤਾਰੀ ਦੀ ਮੰਗ ਤੇ ਰੈਸਲਰ ਅੜੇ ਹੋਏ ਨੇ ਔਰ ਲਗਾਤਾਰ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ। ਲਗਾਤਾਰ ਵੱਖ-ਵੱਖ ਲੀਡਰਸ ਦਾ ਸਮਰਥਨ ਮਿਲ ਰਿਹਾ ਹੈ, ਆਗੂਆਂ ਦਾ ਸਮਰਥਨ ਮਿਲ ਰਿਹਾ ਹੈ ਔਰ ਖਿਡਾਰੀਆਂ ਦਾ ਸਮਰਥਨ ਮਿਲ ਰਿਹਾ ਹੈ। ਤਾਂ ਗ੍ਰਿਫਤਾਰੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਇਹ ਕਹਿਣਾ ਹੈ ਪ੍ਰਦਰਸ਼ਨਕਾਰੀ ਪਹਿਲਵਾਨਾਂ ਦਾ। ਪਹਿਲਵਾਨਾਂ ਨੂੰ ਖਿਡਾਰੀਆਂ ਤੇ ਲੀਡਰਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਤਸਵੀਰਾਂ ਦਿਖਾ ਰਹੇ ਹਾਂ, ਪ੍ਰਿयंका ਗਾਂਧੀ ਪਹੁੰਚੇ, ਉਹਨਾਂ ਨੇ ਸਮਰਥਨ ਦਿੱਤਾ ਹੈ। ਮਹਿਲਾ ਰੈਸਲਰਾਂ ਦੇ ਨਾਲ, ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਹੈ ਔਰ ਇੱਕ ਕਿਸਮ ਦੇ ਨਾਲ ਦਿਲਾਸਾ ਦਿੰਦੇ ਹੋਏ, ਇੱਕ ਸਿੰਪੈਥੀ ਜ਼ਾਹਿਰ ਕਰਦੇ ਹੋਏ ਨਜ਼ਰ ਆ ਰਹੇ ਨੇ। ਬਹਾਦਰੀ, ਹੌਸਲਾ ਜਿਹੜਾ ਹੈ ਉਹ ਉਸ ਦੇ ਲਈ ਇਹ ਨਜ਼ਰ ਆ ਰਹੇ ਨੇ, ਉਹ ਦਿੰਦੇ ਹੋਏ ਨਜ਼ਰ ਆ ਰਹੇ ਨੇ ਹੌਸਲਾ। ਦਪਿੰਦਰ ਹੁੱਡਾ ਇੱਕ ਪਾਸੇ ਤਸਵੀਰ ਦਿਖਾ ਰਹੇ ਹਾਂ, ਉਹ ਵੀ ਪਹੁੰਚੇ ਸੀ। ਸਵੇਰ ਵੇਲੇ ਦੀਆਂ ਇਹ ਤਸਵੀਰਾਂ ਨੇ। ਅੱਜ ਜਾ ਕੇ ਉਹਨਾਂ ਨੇ ਜੰਤਰ ਮੰਤਰ ਤੇ ਧਰਨਿਆਂ ਦੇ ਵਿੱਚ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕੀਤਾ ਹੈ। ਕੇਜਰੀਵਾਲ ਵੀ ਧਰਨੇ 'ਚ ਸ਼ਾਮਿਲ ਹੋਣਗੇ, ਵੀ ਜਾਣਕਾਰੀ ਹੈ। ਉਹਨਾਂ ਦੇ ਵੱਲੋਂ ਵੀ ਅੱਜ ਆਇਆ ਜਾਣਾ ਹੈ। ਕੱਲ ਦਿੱਲੀ ਪੁਲਿਸ ਨੇ ਬ੍ਰਿਜਭੂਸ਼ਣ ਦੇ ਖਿਲਾਫ 2 ਕੇਸ ਦਰਜ ਕੀਤੇ ਨੇ। ਕਨਾਟ ਪਲੇਸ ਥਾਣੇ ਦੇ ਵਿੱਚ ਦੱਸ ਦਈਏ ਕਿ 2 FIR ਦਰਜ ਹੋਈਆਂ ਨੇ। ਦਿੱਲੀ ਪੁਲਿਸ ਨੇ ਪੋਕਸੋ ਐਕਟ ਵੀ ਲਗਾਇਆ ਹੈ ਔਰ ਕੱਲ ਕੋਰਟ ਦੇ ਆਰਡਰ ਹੋਏ ਸੀ, ਜਿਸ ਤੋਂ ਬਾਅਦ ਇਹ 2 FIR ਦਰਜ ਕੀਤੀਆਂ ਗਈਆਂ। ਤਾਂ 7ਵਾਂ ਦਿਨ ਹੈ ਅੱਜ, 7ਵੇਂ ਦਿਨ ਧਰਨਾ ਜਾਰੀ ਹੈ। ਲਗਾਤਾਰ ਧਰਨੇ ਤੇ ਰੈਸਲਰ ਬੈਠੇ ਹੋਏ ਨੇ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਨੇ ਕਿ ਬ੍ਰਿਜਭੂਸ਼ਣ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ। ਕੇਸ ਦਰਜ ਹੋਇਆ ਹੈ ਪਰ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਬ੍ਰਿਜਭੂਸ਼ਣ ਦੀ। ਉਦੋਂ ਤੱਕ ਧਰਨਾ ਇਸੇ ਕਿਸਮ ਦੇ ਨਾਲ ਜਾਰੀ ਰਹੇਗਾ। ਤਾਂ ਲਗਾਤਾਰ ਇਹ ਤਸਵੀਰਾਂ ਆ ਰਹੀਆਂ ਨੇ ਔਰ ਲਗਾਤਾਰ ਸਮਰਥਨ मिल रहा है। दर्ज हुए हैं तो उसकी कॉपी नहीं मिली है किसी को नहीं मालूम अभी तक कि उस FIR में क्या है, कौन सी धाराएं कौन सी नहीं है। जब ये लड़कियां मेडल जीत के आती हैं तो हम सब ट्वीट करते हैं, सब कहते हैं कि हमारा गर्व है। सारे जितने भी नेता हैं हम इंक्लूडेड इसमें, हम सब कहते हैं कि ये सबसे बड़ी बात है, देश के लिए अच्छा है, ये है, इन्होंने देश का गर्व सम्मान रखा है। और आज जब सड़क पे बैठी हुई हैं, जब कह रही है कि हमारी बात सुन लीजिए, हमारे साथ गलत हुआ है, तो कोई सुनने को तैयार नहीं। मैंने आपसे, आप बार बार यही कह रहे हैं, मैंने आपसे कहा ना अगर FIR दर्ज हुए हैं तो कम से कम इनको दिखाना चाहिए कि क्या है, कॉपी देनी चाहिए। मैं आपको पुलिस का स्टैंड बता रहा हूँ। पुलिस का ये कहना है कि 2 FIR उन्होंने लीगली दर्ज किए, एक पॉस्को एक्ट क्योंकि एक माइनर लड़की है उसकी शिकायत पर पॉस्को एक्ट की धाराओं में, दूसरी जो है छेड़खानी के आरोप में जो कि सीनियर महिला पहलवानों ने की है। और अब इन्वेस्टिगेशन को लेकर होना चाहिए, उसको लेकर आप देखिए सीधी सी बात है, इतने जो सीरियस एलिगेशंस हैं इस शख्स के बारे में, तो पहले रिजाइन तो करें, उनको पद से तो हटाएं। जब तक पद पे हैं तब तक प्रेशर डालते रहेंगे, तब तक करियर बर्बाद करते रहेंगे लोग। इन्वेस्टिगेशन चल रहा है, इसका मतलब क्या है? मतलब क्या है? अगर वो आदमी उसी पद पे है
जहां सबसे ज़्यादा पावर है सबके ऊपर, सारे प्लेयर्स के ऊपर, इनके करियर को बर्बाद करने के लिए, इनको तंग करने के लिए, प्रेशराइज करने के लिए, तो फिर आप कैसे कह सकते हैं कि एफआईआर इन्वेस्टिगेशन? क्या मतलब है इसका? पहले रिजाइन करिए, उसको हटाए पद से, उसका पावर तो लीजिए। जिस पावर, जिस सत्ता ने उसको इनेबल किया है कि वो ये सब करे, पर पहले वो तो हटाइए। क्या नाम उसका? सतपाल मलिक को बुलाने की क्या जरूरत है? प्रियंका गांधी जी को तथ्य मालूम नहीं है। जिस दिन प्रियंका गांधी जी को तथ्य मालूम होगा कि दीपेंद्र हुड्डा ने कहां ला करके मुझे फंसा दिया, उस दिन उनको मालूम पड़ेगा। ये जांच की रिपोर्ट आएगी तब उनको मालूम पड़ेगा गलत जगह पर फंस गए। आज जो कांग्रेस की दुर्गति हो रही है ना, इसीलिए हो रही है। कभी वो सर्जिकल स्ट्राइक पर सवाल उठाएंगे, कभी एयर स्ट्राइक पर सवाल उठाएंगे, कभी कोरोना पर सवाल उठाएंगे। अब पूरा मामला पता नहीं क्या जंतर मंतर पहुंच गए। जांच का इंतजार कर लेते, दिल्ली पुलिस की रिपोर्ट का इंतजार कर लेते, तब जंतर मंतर पहुंचते। राजनीतिकरण हो रहा है, आम आदमी पार्टी पहुंच रही है। ये राजनीतिकरण शुरू से, मैं तो फर्स्ट डे से कह रहा हूं कि ये खिलाड़ियों का धरना नहीं है, ये कुछ षड्यंत्रकारी लोग हैं जो हमारी पार्टी को नुकसान पहुंचाना चाहते हैं, जिसमें मुझे मोहरा बना रहे हैं। यानी कि निशाना जरूर आपके ऊपर है, लेकिन लक्ष्य दूसरा है कोई? नहीं, निशाना हमारे ऊपर है, हम बहाना है, निशाना और है, और निशाना आ रहा है। आज देख लिए जैसे जांच कमेटी पर आपने कैसे सवाल खड़ा कर दिया। आपके कहने पर एक ऐसे व्यक्ति को कमेटी में शामिल किया गया जिसको नियमतः नहीं शामिल किया जा सकता था, क्योंकि उसी ने धरने की परमिशन ली थी, और उसके बावजूद भी उसको कमेटी में शामिल किया गया। आपको लगता है सरकार झुकती चली गई है इन लोगों के साथ? यही वजह है कि मांग बढ़ती चली गई। अब देखिए, मैं सब चीज़ों पर नहीं बोल सकता। मामला सुप्रीम कोर्ट में है और सुप्रीम कोर्ट के संज्ञान में है और पुलिस के निगरानी में है। मैं बहुत कुछ नहीं बोल सकता। सांसद जी, आप इस बात का दबाव बात कही थी कि आपने महसूस जो कर रहे ऑडियो थी वो ऑडियो किसको दी है? वो जो एक खिलाड़ी की ऑडियो, जांच कमेटी को। कौन खिलाड़ी था ये कोई जरूरी है भाई? जांच कमेटी को दे रखी है। वो लड़कियों से बात करता है कि भाई देखो, कोई लड़की बात कर लो, कोई लड़की किसी भी तरीके से कोई लड़की ले आओ, और ले आए। क्योंकि जो आईओ के सामने जो बच्चे पेश हुए हैं, या जो बच्चे ओवरसाइट कमेटी के सामने पेश हुए हैं, उसमें वो बच्चा नहीं था। यद्यप मुझे उस बच्चे का नाम पता भी नहीं मालूम है, लेकिन वो बच्चा नहीं था। सांसद जी, जैसे कि 16 से 18 जब खेल हुआ, तो क्या इस खेल को जो पहली बार रोका गया था और दोबारा हो गया, इसके बाद ये टाइमिंग क्या कैसे देखा जाए कि ये धरना शुरू हो गया? अब देखिए, बहुत अच्छा सवाल आपने किया। ये कहते हैं कि मुझे कुश्ती को बचाना है, इसलिए हम इस धरने पर बैठे हैं। हमारे देश को एशिया चैंपियनशिप जूनियर अलॉट थी, आपने पत्र लिख करके उसको कैंसिल करवा दिया। ये इन्होंने कुश्ती को बचाया। दूसरा, ओपन नेशनल टूर्नामेंट हो रहा था, उसको इन्होंने रद्द करवाया। एक काम ये उन्होंने कुश्ती को करके बचाया। महिलाओं का कैंप चल रहा था, बच्चियां आ चुकी थी, उनको कैंप छोड़ करके भागना पड़ा और वो आज तक कैंप नहीं लग पाया। ये इन्होंने कुश्ती को बचाया। और जब ओवरसाइट कमेटी बनी थी तो उसमें 3 सप्ताह का समय दिया गया था। 3 सप्ताह के बजाय मैंने 3 महीने तक वेट किया, और जब ओवरसाइट कमेटी समाप्त हो गई, उसने अपना कार्यकाल समाप्त किया, क्योंकि हमारी फेडरेशन को भंग नहीं किया गया था। हमारी फेडरेशन को भंग नहीं किया गया था। जब ओवरसाइट कमेटी ने अपने आप को ये हो गया कि अब ओवरसाइट कमेटी नहीं है, तो चूंकि देश में जैसे इस समय एशिया चैंपियनशिप होना है, फिर वर्ल्ड चैंपियनशिप होना है, हमारे यहाँ खेल रुका हुआ है, कोई नेशनल नहीं हो रहा है, कोई ओपन नेशनल नहीं हो रहा है। तो जब नेशनल नहीं होगा, अब जैसे कैडेट है, अगर कैडेट का नेशनल नहीं होगा, अंडर 15 का नेशनल नहीं होगा, तो एशिया जाने के लिए टीम कैसे बनेगी? एक प्रक्रिया है ये कि पहले हमको कराना पड़ेगा। हमारी फेडरेशन भंग नहीं थी, हमने जो है इस खेल को करवाया। अब ये खेल को करवाया तो हमने भाई हरियाणा के खिलाड़ी लड़े, बहुत बड़ी संख्या में लड़े, बच्चे मेडल लेकर के गए। मैंने कोई मेडल सेरेमनी नहीं की, मैंने कोई मेडल सेरेमनी नहीं की। मैं कभी अखाड़े पर नहीं गया, मैं जो है बैठ करके अपनी कुश्ती को देखता रहा। कुश्ती देखने का अधिकार मुझको भी है। हरियाणा की कई बच्चियां मेरे पास आईं कि सर मुझे फ़ोटो लेना है।
हमने कहा बेटा आज फोटो खिंचाओगे और कल इसी फोटो पर मुकदमा लिखाओगे। उन्होंने कहा नहीं सर मुझे तो लेना ही लेना है। फिर उनकी माँ निकल करके आ गई, सर मुझे लेना ही लेना है, फोटो ले गए। और उसके बावजूद भी मैं मेडल सेरेमनी नहीं किया। लेकिन ये कहते हैं कि मुझे खेल को बचाना है, तो खेल को बचाना है तो नेशनल को बंद कर देना है, ओपन नेशनल को बंद कर देना है। ये खेल को बचा नहीं रहे हैं और ये आने वाले समय में पता चलेगा कि इस 4 महीने के अंदर इन्होंने खेल का कितना बड़ा नुकसान कर दिया है। जी इंटरनेशनल लेवल के खिलाड़ी नेशनल में भाग लेना नहीं चाहते थे, आप चाहते थे कि जो उत्तर प्रदेश के खिलाड़ी हैं, दूसरे राज्यों के खिलाड़ी हैं, वो भी भाग लें ताकि एक्चुअल जो खिलाड़ी अच्छा परफॉर्म कर रहे हैं वो आगे निकाल सके। क्या एक ये भी बड़ा कारण है जिसकी वजह से वो लोग जो उसमें धरने में बैठे हुए हैं, आपके खिलाफ बैठे हुए हैं? देखिए एक समय ऐसा था कि टीम कहीं की हो, खिलाड़ी हरियाणा के रहते थे, मैंने उस पर प्रतिबंध लगाया। लेकिन मैंने प्रतिबंध लगाया कि हरियाणा का खिलाड़ी अपने ही राज्य से खेलेगा। अब यहां पर यह सवाल उठा जब ये मैंने प्रतिबंध लगा दिया कि हरियाणा का खिलाड़ी अपने ही राज्य से खेलेगा, तो हरियाणा में गेम बहुत ऊपर है। हरियाणा में 10वें नंबर का जो बच्चा होगा, 12वें नंबर का बच्चा होगा, वो भी कई राज्य ऐसे हैं उनसे अच्छा है। तो अगर हरियाणा को टोटल हम ब्रेक कर देंगे कि एक खिलाड़ी हिमाचल से ही खेलेगा, एक आसाम से खेलेगा, एक ही हरियाणा से खेलेगा, तो इससे हरियाणा का यानी कि खेल का बहुत बड़ा नुकसान होगा। उसकी मैंने एक व्यवस्था दी, उसकी व्यवस्था दी कि एक नेशनल होगा जिसमें अपने अपने राज्य से एक खिलाड़ी खेलेगा, जो अपने राज्य का गोल्ड जिसके पास होगा एक खेलेगा, लेकिन खेल का नुकसान ना हो, इसलिए मैंने एक ओपन नेशनल की व्यवस्था की कि नेशनल होने के साथ ही हम एक ओपन नेशनल कराएंगे जिसमें कहीं किसी भी प्रांत का कोई खिलाड़ी भाग ले सकता है। और उस पर मैं आपको जानकारी देना चाहता हूं कि अब तक जितने भी ओपन नेशनल हमने कराए हैं उसमें 61% से लेकर के 63% मेडल केवल हरियाणा को गए। ये इसलिए किया गया कि जिससे खेल का नुकसान ना हो। अगर हम एक ही खिलाड़ी खिलाएंगे और हरियाणा का खिलाड़ी, अब हरियाणा का खिलाड़ी भी जब अन्य राज्यों से खेलता था तो पैसा देकर के खेलता था, चोरी से खेलता था, गलत सर्टिफिकेट बना करके खेलता था, रहता था हरियाणा का, कहता था मैं झारखंड का हूँ, मैं उत्तराखंड का हूँ। वो सब व्यवस्था मैंने समाप्त किया और खेल का नुकसान ना हो इसलिए मैंने एक ओपन नेशनल जिसमें कोई भी लड़ सकता है उसकी व्यवस्था दी, जिससे हमारा खेल कायम है। अब सवाल ये उठता है कि एक पहले हमारे देश में ओलंपिक के लिए यदा कदा कोई जो है मतलब क्या कहते हैं कोटा लेकर के आता था। तो उस समय हमारे यहाँ नियम था कि जो खिलाड़ी अपना कोटा लेकर के आएगा वही खेलने के लिए जाएगा। आपको याद होगा कि नरसिंह यादव वर्ल्ड चैंपियनशिप में के माध्यम से ओलंपिक में क्वालिफाई किए थे और सुशील कुमार जो डबल 2 मेडल जिनको लगातार थे, उन्होंने मांग की थी कि इनका ट्रायल कराया जाए। लेकिन उस समय हमारा जो नियम था कि जो क्वालिफाई करके आया है वही जाएगा। तो इसलिए नाते एक बहुत बड़ा विवाद हुआ और अंतोगत्वा सुशील कुमार और नरसिंह यादव का ट्रायल नहीं हो पाया। इस बार के ओलंपिक में मैंने महसूस किया कि इस व्यवस्था में परिवर्तन की ज़रूरत है, क्योंकि कई देश में ये व्यवस्था चल रही है। क्योंकि मान लीजिए कोई रेसलर है जिसने क्वालिफाई किया और वो उसको हल्की फुल्की चोट आ गई या उसकी थोड़ी तबीयत खराब है, तब भी वो नहीं बताता है कि हमारी तबीयत खराब है, तब भी वो नहीं बताता है कि हमको चोट है, क्योंकि मेडल नहीं आएगा तो ओलंपियन कहे जाएंगे। और कई देशों का अध्ययन करने के बाद और इन खिलाड़ियों से भी बात करने के बाद और कोचों से बात करने के बाद एक कमेटी बनाई गई और उस कमेटी ने ये फैसला किया। हेडलाइंस प्रेजेंटेड बाय पेट सफा आयुर्वेदिक चूर्ण, पेट सफा तो हर रोग दफा। हेडलाइंस प्रेजेंटेड बाय पेट सफा आयुर्वेदिक चूर्ण, पेट सफा तो हर रोग दफा।
ਉਧਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਦੇ ਨਤੀਜਿਆਂ ਦੇ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਹੈ। ਮਾਨਸਾ ਦੇ ਬੁਢਲਾਡਾ ਦੀਆਂ 2 ਕੁੜੀਆਂ ਨੇ 600 ਦੇ ਵਿੱਚੋਂ 600 ਨੰਬਰ ਲੈ ਕੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਟੌਪ ਕਰਨ ਵਾਲੀਆਂ 3 ਲੜਕੀਆਂ ਦੇ ਲਈ 51 ਹਜ਼ਾਰ ਦੀ ਸਨਮਾਨ ਰਾਸ਼ੀ ਦਾ ਐਲਾਨ ਕੀਤਾ ਹੈ। ਲੜਕੀਆਂ ਦੀ ਇਸ ਸਫਲਤਾ ਤੇ ਪਰਿਵਾਰ, ਸਕੂਲ ਤੇ ਇਲਾਕਾ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਸੀਐਮ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਔਰ ਲਿਖਦੇ ਨੇ, ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਕਲਾਸ ਦੇ ਨਤੀਜੇ ਆਏ। ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੀਆਂ ਬੱਚੀਆਂ ਨੂੰ ਪੰਜਾਬ ਸਰਕਾਰ ਦੇ ਵੱਲੋਂ 51,000 ਰੁਪਏ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਇਹਨਾਂ ਵਿਦਿਆਰਥਣਾਂ ਦੇ ਅਧਿਆਪਕ ਵੀ ਸਨਮਾਨਿਤ ਕੀਤੇ ਜਾਣਗੇ। ਵਿਦਿਆਰਥਣਾਂ ਨੇ ਜੋ ਮੱਲਾਂ ਮਾਰੀਆਂ ਨੇ ਉਸ ਦੇ ਲਈ ਵਧਾਈਆਂ ਤੇ ਸ਼ਾਬਾਸ਼ੀ। ਸਰਕਾਰੀ ਸਕੂਲਾਂ ਦੀਆਂ ਅਤੇ ਵਿਦਿਆ ਦਾ ਮਿਆਰ ਦਿਨ ਬ ਦਿਨ ਉੱਚਾ ਚੁੱਕਣ ਲਈ ਸਰਕਾਰ ਵਚਨਬੱਧ ਹੈ। ਤਾਂ ਇਹ ਟਵੀਟ ਕੀਤਾ ਸੀਐਮ ਭਗਵੰਤ ਮਾਨ ਨੇ। ਕੁੜੀਆਂ ਨੇ ਬਾਜ਼ੀ ਮਾਰੀ ਹੈ ਜਿਨ੍ਹਾਂ ਨੂੰ ਇਨਾਮ ਰਾਸ਼ੀ ਸਰਕਾਰ ਦੇ ਵੱਲੋਂ ਦਿੱਤੀ ਜਾਏਗੀ। मेरा नाम लवप्रीत कौर है। मैं सरकारी सीनियर सैकेंडरी स्मार्ट स्कूल बुढलाडा मानसा स्कूल की विद्यार्थन हाँ ਅਤੇ मैं 8ਵੀਂ जमात ਵਿੱਚ 600 ਵਿੱਚੋਂ 600 ਨੰਬਰ ਲੈ ਕੇ ਪਾਸ ਹੋਈ ਹਾਂ। ਮੇਰਾ ਸੁਪਨਾ ਡਾਕਟਰ ਬਣਨ ਦਾ ਹੈ ਅਤੇ ਇਹ ਜਾਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੇ 600 ਦੇ ਵਿੱਚੋਂ 600 ਨੰਬਰ ਆਏ ਹਨ। ਅੰਕਿਤ ਕੌਰ, ਤੁਸੀਂ ਪੰਜਾਬ ਦੇ ਵਿੱਚੋਂ ਟੌਪ ਕੀਤਾ, ਕਿਸ ਤਰ੍ਹਾਂ ਮਹਿਸੂਸ ਕਰਦੇ ਆ? ਮੈਨੂੰ ਬਹੁਤ ਖੁਸ਼ੀ ਹੋ ਰਹੀ ਆ। ਤੇ ਜਿਹੜਾ ਤੁਹਾਡੀ ਜਿਹੜੀ ਇਹਦੇ ਪਿੱਛੇ ਕਿਹਦਾ ਯੋਗਦਾਨ ਹੈ ਜੇ ਤੁਸੀਂ ਟੌਪ ਕੀਤਾ ਹੈਗਾ? ਪਿੱਛੇ ਮੇਰੇ ਪੇਰੈਂਟਸ ਤੇ ਟੀਚਰਸ ਦਾ ਬਹੁਤ ਜ਼ਿਆਦਾ ਯੋਗਦਾਨ ਹੈ। ਅਗਲੀ ਖਬਰ ਸਮਾਣਾ ਤੋਂ ਹੈ, ਜਿੱਥੇ ਚੋਰੀ ਦੀਆਂ 2 ਵਾਰਦਾਤਾਂ ਸਾਹਮਣੇ ਆਈਆਂ। ਇੱਥੇ ਚੋਰ ਸੜਕ ਤੇ ਖੜੇ ਟਰੱਕ ਨੂੰ ਹੀ ਚੋਰੀ ਕਰਕੇ ਲੈ ਗਏ, ਨਾਲ ਇੱਕ ਦੁਕਾਨ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਟਾਇਰਾਂ ਦੀ ਇਹ ਦੁਕਾਨ ਰਾਤ ਵੇਲੇ ਚੋਰਾਂ ਦਾ ਨਿਸ਼ਾਨਾ ਬਣੀ ਹੈ। ਸਮਾਣਾ ਦੇ ਘੱਗਾ ਰੋਡ ਤੇ ਬਣੀ ਇਸ ਦੁਕਾਨ ਦੇ ਵਿੱਚ ਚੋਰ ਵੜਦੇ ਨੇ ਅਤੇ ਟਰੈਕਟਰ, ਮੋਟਰਸਾਈਕਲ ਅਤੇ ਗੱਡੀਆਂ ਦੇ ਟਾਇਰਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਚੋਰ ਇੱਥੇ ਹੀ ਨਹੀਂ ਰੁਕਦੇ, ਟਾਇਰਾਂ ਦੀ ਦੁਕਾਨ ਦੇ ਸਾਹਮਣੇ ਰੋਡ ਤੇ ਖੜੇ ਟਰੱਕ ਨੂੰ ਵੀ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਟਰੱਕ ਦੇ ਚੋਰੀ ਕਰਨ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ। ਇਹ ਤਕਰੀਬਨ ਅੱਧੀ ਰਾਤ ਹੋਈ ਹੈ, 27-28 ਦੀ ਅੱਧੀ ਰਾਤ ਨੂੰ ਹੋਈ ਹੈ ਔਰ ਸਾਨੂੰ ਕਿਸੇ ਗੁਆਂਢੀ ਦਾ ਫੋਨ ਆਇਆ ਹੈ ਵੀ ਇਸ ਤਰ੍ਹਾਂ ਕਰਕੇ ਤੁਹਾਡਾ ਸ਼ਟਰ ਟੁੱਟਿਆ ਹੋਇਆ ਤੇ ਲੌਕ ਟੁੱਟੇ ਹੋਏ ਨੇ ਤੇ ਸ਼ਟਰ ਉੱਤੇ ਚੱਕਿਆ ਹੋਇਆ ਤੇ ਤੁਸੀਂ ਆ ਕੇ ਚੈੱਕ ਕਰੋ। ਤੇ ਅਸੀਂ ਜਦੋਂ ਆਏ ਆ ਤੇ ਅੰਦਰ ਜਿੰਨਾ ਸਟਾਕ ਪਿਆ ਸੀ, ਟਰੱਕ ਦੇ ਟਾਇਰ, ਥੋੜੇ ਟਰੈਕਟਰ ਦੇ ਟਾਇਰ ਛੋਟੇ ਤੇ 30 ਕੁ ਟਾਇਰ ਮੋਟਰਸਾਈਕਲ ਦੇ, ਉਹ ਦੁਕਾਨ ਦੇ ਵਿੱਚੋਂ ਚੋਰੀ ਹੋ ਚੁੱਕੀ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਇਲਾਕੇ ਦੀ ਸੀਸੀਟੀਵੀ ਖੰਗਾਲਣ 'ਚ ਜੁਟ ਗਈ ਹੈ। ਕੰਪਲੇਨੈਂਟ ਨੇ ਸਾਨੂੰ ਦੱਸਿਆ ਵੀ ਸਵੇਰੇ 4:30 ਵਜੇ ਸਾਡਾ ਟਰੱਕ ਖੜਾ ਸੀ ਸੜਕ ਤੇ, ਚੋਰੀ ਹੋ ਗਿਆ, ਜਿਹਦੇ ਬਾਰੇ ਅਸੀਂ ਸੀਸੀਟੀਵੀ ਚੈੱਕ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਬਣਦੀ ਜਿਹੜੀ ਕਾਰਵਾਈ ਉਹ ਕਰ ਰਹੇ ਹਾਂ। ਚੋਰੀ ਦੀ ਇਸ ਵਾਰਦਾਤ ਤੋਂ ਬਾਅਦ ਚੋਰ ਫਰਾਰ ਹੈ। ਉੱਥੇ ਪੁਲਿਸ ਮਾਮਲੇ ਦੇ ਵਿੱਚ ਜਾਂਚ ਦੀ ਗੱਲ ਕਰ ਰਹੀ ਹੈ। ਪਰ ਵਾਦੀਆਂ ਚੋਰੀ ਦੀਆਂ ਵਾਰਦਾਤਾਂ ਕਿਤੇ ਨਾ ਕਿਤੇ ਪੁਲਿਸ ਤੇ ਸਵਾਲ ਚੁੱਕਦੀਆਂ ਨਜ਼ਰ ਆਉਂਦੀਆਂ ਨੇ। ਸਮਾਣਾ ਤੋਂ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ। ਉਧਰ ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੌਸਟਲ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਸ਼ੱਕੀ ਨੌਜਵਾਨ ਨੂੰ ਇੱਕ ਵਿਦਿਆਰਥਣ ਨੇ ਵੇਖਿਆ। ਸਾਰੇ ਮਾਮਲੇ ਨੂੰ ਮੈਨੇਜਮੈਂਟ ਗੰਭੀਰਤਾ ਦੇ ਨਾਲ ਵੇਖ ਰਹੀ ਹੈ। चंडीगढ़ की पंजाब यूनिवर्सिटी में देर रात करीब 3 से 3:30 बजे अचानक गर्ल्स हॉस्टल में एक संदिग्ध इंटर होता है। ये वही गर्ल्स हॉस्टल है, कस्तूरबा हॉल, गर्ल्स हॉस्टल नंबर 4। ਇਹ ਸੀਸੀਟੀਵੀ ਤਸਵੀਰ ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੌਸਟਲ ਦੀ ਹੈ, ਜਿੱਥੇ ਚਿੱਟੇ ਰੰਗ ਦੀ ਟੀ-ਸ਼ਰਟ ਦੇ ਵਿੱਚ ਇਹ ਨੌਜਵਾਨ ਨਾ ਸਿਰਫ ਸ਼ਰੇਆਮ ਖੜਾ ਹੈ ਬਲਕਿ ਇੱਧਰ-ਉੱਧਰ ਵੇਖ ਰਿਹਾ ਹੈ ਤੇ ਇੱਕ ਵਾਰ ਨਜ਼ਰ ਇਸ ਦੀ ਸੀਸੀਟੀਵੀ ਦੇ ਵੱਲ ਵੀ ਪੈਂਦੀ ਹੈ। ਮਸਲਾ ਇੰਨਾ ਨਹੀਂ ਬਲਕਿ ਇਹ ਸ਼ੱਕੀ ਨੌਜਵਾਨ ਦਾ ਪਤਾ ਉਦੋਂ ਲੱਗਿਆ ਜਦੋਂ 3rd ਫਲੋਰ ਤੇ ਇੱਕ ਲੜਕੀ ਵਿਦਿਆਰਥਣ ਨੇ ਇਸ ਨੂੰ ਵੇਖਿਆ ਤੇ ਕੰਧ ਟੱਪ ਕੇ ਫਰਾਰ ਹੋ ਗਿਆ। बड़े ही बेखौफ तरीके से इंटर होकर घूमता है। हालांकि जब एक जो स्टूडेंट है 3rd फ्लोर पर जब वो देखती है अचानक शोर मचाती है तो वो फरार हो जाता है। फिलहाल मैनेजमेंट ने एक सिक्योरिटी गार्ड के सने अटेंडेंट ਨੂੰ ਸਸਪੈਂਡ ਕਰ ਦਿੱਤਾ ਹੈ ਤੇ ਪੁਲਿਸ ਵੀ ਆਪਣੇ ਪੱਧਰ ਤੇ ਕਾਰਵਾਈ ਕਰ ਰਹੀ ਹੈ।
जिसमें अथॉरिटी जो है वो काम कर रही हैं, पुलिस को कंप्लेंट दी जा चुकी है, मामला जो है वो दर्ज करके पूरा जो है वो किया जा रहा है और सीसीटीवी जो है सीसीटीवी भी इसमें जो है वो देखी जा रही है। जानकारी मुताबिक शक्की करीब अद्धा घंटा हॉस्टल के अंदर रही है। DSW यानी डिपार्टमेंट ऑफ स्टूडेंट वेलफेयर कालो मुताबिक सिक्योरिटी की एक वड्डी अणगहली है, जिसकी डूंघाई के नाल जांच की जा रही है। हॉस्टल के प्रेमिसेस के अंदर वो कुल 20 मिनट रहा वो एंड सो yes, it is definitely a lapse and it is a lapse at all levels क्योंकि एक एंट्री पे भी सिक्योरिटी गार्ड होता है एंड नॉर्मली वी आर नॉट सपोज्ड टू अलाउ मेल्स टू बी लॉइटरिंग अराउंड एट दैट पॉइंट ऑफ टाइम इन दैट एरिया। ही वाज नॉट नोटिस्ड एट दैट पॉइंट ऑफ टाइम। देन ही एंटर्ड द हॉस्टल, सो द कैमरा फुटेज इज देयर। ਜ਼ਿਕਰ ਹੋ ਗਿਆ ਕਿ ਅੱਗੇ ਵਾਸਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਲਈ ਰਿਸੈਪਸ਼ਨ ਤੇ ਨੰਬਰ ਡਿਸਪਲੇ ਕਰ ਦਿੱਤੇ ਗਏ ਨੇ। ਚੰਡੀਗੜ੍ਹ ਤੋਂ ਮਨੋਜ ਰਾਠੀ, ਨਿਊਜ਼ 18 ਪੰਜਾਬ।